इस वीडियो ਵਿੱਚ मैं ਤੁਹਾਡੇ ਨਾਲ ਚੱਕਰ ਨਾਲ ਸੰਬੰਧਿਤ ਇੱਕ ਅਹਿਮ ਰਿਜ਼ਲਟ ਬਾਰੇ ਗੱਲਬਾਤ ਕਰਾਂਗਾ ਅਤੇ ਬਾਅਦ ਵਿੱਚ ਉਸ ਨੂੰ ਸਿੱਧ ਵੀ ਕਰਾਂਗਾ। ਤਾਂ ਆਓ ਪਹਿਲਾਂ ਜਾਣ ਲੈਂਦੇ ਹਾਂ ਕਿ ਉਹ ਅਹਿਮ ਰਿਜ਼ਲਟ ਹੈ ਕੀ। ਹੁਣ ਜੇਕਰ ਮੈਂ ਚੱਕਰ ਤੇ ਇੱਕ ਚਾਪ ਲੈ ਲਵਾਂ, ਮੈਂ ਇਸ ਬਿੰਦੂ ਤੋਂ ਇਸ ਬਿੰਦੂ ਤੱਕ ਇੱਕ ਚਾਪ ਲੈ ਲੈਂਦਾ ਹਾਂ। ਇਹ ਚਾਪ ਲੈ ਲੈਂਦਾ ਜਿਸ ਨੂੰ ਮੈਂ ਹਾਈਲਾਈਟ ਕਰ ਰਿਹਾ ਹਾਂ। ਮੈਂ ਚੱਕਰ ਤੇ ਇੱਕ ਚਾਪ ਲੈ ਲੈਂਦਾ ਹਾਂ ਅਤੇ ਫਿਰ ਚਾਪ ਦੇ ਸਿਰਿਆਂ ਨੂੰ ਚੱਕਰ ਤੇ ਕਿਸੇ ਵੀ ਬਿੰਦੂ ਦੇ ਨਾਲ ਮਿਲਾ ਦਿੰਦਾ ਹਾਂ। ਹੁਣ ਇੱਥੇ ਮੈਂ ਚੱਕਰ ਦੇ ਘੇਰੇ ਤੇ ਇੱਕ ਬਿੰਦੂ ਲੈ ਲੈਂਦਾ ਹਾਂ ਅਤੇ ਫਿਰ ਇਸ ਚਾਪ ਦੇ ਇਸ ਸਿਰੇ ਨੂੰ ਇਸ ਬਿੰਦੂ ਨਾਲ ਮਿਲਾ ਦਿੰਦਾ ਹਾਂ ਅਤੇ ਫਿਰ ਇसी ਚਾਪ ਦੇ ਦੂਜੇ ਸਿਰੇ ਨੂੰ ਇਸ ਬਿੰਦੂ ਦੇ ਨਾਲ ਮਿਲਾ ਦਿੰਦਾ ਹਾਂ। ਇਸ ਤਰ੍ਹਾਂ ਮੈਨੂੰ ਚੱਕਰ ਦੇ ਘੇਰੇ ਤੇ ਇੱਕ ਕੋਣ ਪ੍ਰਾਪਤ ਹੋ ਜਾਂਦਾ ਹੈ। ਹੁਣ ਇੱਥੇ ਮੈਨੂੰ ਇੱਕ ਕੋਣ ਪ੍ਰਾਪਤ ਹੋ ਗਿਆ ਹੈ। ਹੁਣ ਨਾਲ ਹੀ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਜੋ ਮੈਂ ਇਹ ਦੋ ਰੇਖਾਖੰਡ ਖਿੱਚੇ ਹਨ ਇਹ ਚੱਕਰ ਦੀਆਂ ਜੀਵਾਵਾਂ ਹਨ। ਹੁਣ ਮੈਂ ਮੰਨ ਲੈਂਦਾ ਹਾਂ ਕਿ ਇਹਨਾਂ ਦੋ ਜੀਵਾਵਾਂ ਦੁਆਰਾ ਜੋ ਚੱਕਰ ਦੇ ਘੇਰੇ ਤੇ ਕੋਣ ਬਣਿਆ ਹੈ ਇਸ ਦਾ ਮਾਪ x ਹੈ। ਹੁਣ ਅੱਗੇ ਮੈਂ ਇसी ਚਾਪ ਦੇ ਦੋਨਾਂ ਸਿਰਿਆਂ ਨੂੰ ਚੱਕਰ ਦੇ ਕੇਂਦਰ ਨਾਲ ਮਿਲਾ ਦਿੰਦਾ ਹਾਂ। ਹੁਣ ਇਸ ਚਾਪ ਦੇ ਇਸ ਸਿਰੇ ਨੂੰ ਚੱਕਰ ਦੇ ਕੇਂਦਰ ਬਿੰਦੂ ਨਾਲ ਮਿਲਾ ਦਿੱਤਾ ਅਤੇ ਫਿਰ ਦੂਜੇ ਸਿਰੇ ਨੂੰ ਇਸ ਚੱਕਰ ਦੇ ਕੇਂਦਰ ਬਿੰਦੂ ਨਾਲ ਮਿਲਾ ਦਿੱਤਾ। ਇਸ ਤਰ੍ਹਾਂ ਚੱਕਰ ਦੇ ਕੇਂਦਰ ਤੇ ਸਾਨੂੰ ਇੱਕ ਕੋਣ ਪ੍ਰਾਪਤ ਹੋ ਗਿਆ ਹੈ। ਮੈਂ ਮੰਨ ਲੈਂਦਾ ਹਾਂ ਕਿ ਇਸ ਕੋਣ ਦਾ ਮਾਪ 22 ਹੈ। ਹੁਣ ਇੱਥੇ ਇसी ਚਾਪ ਦੁਆਰਾ ਇੱਕ ਚੱਕਰ ਦੇ ਘੇਰੇ ਤੇ ਕੋਣ ਬਣਿਆ ਜੋ x ਹੈ ਅਤੇ ਇसी ਚਾਪ ਦੁਆਰਾ ਚੱਕਰ ਦੇ ਕੇਂਦਰ ਤੇ ਕੋਣ ਬਣਿਆ ਜੋ 22 ਹੈ। ਹੁਣ ਉਹ ਅਹਿਮ ਰਿਜ਼ਲਟ ਜਿਸ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਇਹ ਹੈ ਕਿ ਕਿਸੇ ਵੀ ਚਾਪ ਦੁਆਰਾ ਚੱਕਰ ਤੇ ਘੇਰੇ ਤੇ ਬਣੇ ਕੋਣ ਦਾ ਮਾਪ ਜੋ ਕਿ ਇੱਥੇ x ਮੰਨਿਆ ਹੈ ਇਹ ਬਰਾਬਰ ਹੁੰਦਾ ਹੈ ਉसी ਚਾਪ ਦੁਆਰਾ ਚੱਕਰ ਤੇ ਕੇਂਦਰ ਤੇ ਬਣੇ ਕੋਣ ਦਾ ਅੱਧਾ ਭਾਵ 1/2 22। ਹੁਣ ਇਸ ਤੋਂ ਭਾਵ ਇਹ ਹੈ ਕਿ ਜੇਕਰ ਕਿਸੇ ਚਾਪ ਦੁਆਰਾ ਚੱਕਰ ਦੇ ਕੇਂਦਰ ਤੇ ਬਣੇ ਕੋਣ ਦਾ ਮਾਪ 80 ਡਿਗਰੀ ਹੋਵੇ ਤਾਂ ਉਸੇ ਚਾਪ ਦੁਆਰਾ ਚੱਕਰ ਤੇ ਘੇਰੇ ਤੇ ਬਣੇ ਕੋਣ ਦਾ ਮਾਪ ਇਸ ਦਾ ਅੱਧ ਹੋਵੇਗਾ। ਹੁਣ 80 ਦਾ ਅੱਧ ਹੁੰਦਾ ਹੈ 40 ਡਿਗਰੀ, ਤਾਂ ਇਸ ਤੋਂ ਭਾਵ ਕਿ ਕੋਣ ਦਾ ਮਾਪ 40 ਡਿਗਰੀ ਹੋਏਗਾ। ਇਸ ਤੋਂ ਇਲਾਵਾ ਇਸ ਦਾ ਉਲਟ ਵੀ ਸਹੀ ਹੁੰਦਾ ਹੈ। ਜੇਕਰ ਕਿਸੇ ਚਾਪ ਦੁਆਰਾ ਘੇਰੇ ਤੇ ਬਣੇ ਕੋਣ ਦਾ ਮਾਪ 50 ਡਿਗਰੀ ਹੋਵੇ ਤਾਂ ਉसी ਚਾਪ ਦੁਆਰਾ ਕੇਂਦਰ ਤੇ ਬਣੇ ਕੋਣ ਦਾ ਮਾਪ ਉਸ ਤੋਂ ਦੁੱਗਣਾ ਹੋਏਗਾ। ਜੇ 50 ਡਿਗਰੀ ਹੈ ਤਾਂ ਇੱਥੇ 100 ਡਿਗਰੀ ਹੋਏਗਾ। ਆਓ ਹੁਣ ਅੱਗੇ ਇਸ ਰਿਜ਼ਲਟ ਨੂੰ ਸਿੱਧ ਕਰਦੇ ਹਾਂ ਕਿ ਕਿਸੇ ਚਾਪ ਦੁਆਰਾ ਚੱਕਰ ਦੇ ਘੇਰੇ ਤੇ ਬਣੇ ਕੋਣ ਦਾ ਮਾਪ ਉसी ਚਾਪ ਦੁਆਰਾ ਕੇਂਦਰ ਤੇ ਬਣੇ ਕੋਣ ਦਾ ਅੱਧਾ ਹੁੰਦਾ ਹੈ। ਇਸ ਲਈ ਅਸੀਂ ਵੱਖ-ਵੱਖ ਸਥਿਤੀਆਂ ਦੀ ਵਰਤੋਂ ਕਰਾਂਗੇ। ਹੁਣ ਇਸ ਦੇ ਲਈ ਪਹਿਲਾਂ ਅਸੀਂ ਇਸ ਨੂੰ ਹਟਾ ਦਿੰਦੇ ਹਾਂ। ਇੱਥੇ ਅਸੀਂ ਪਹਿਲਾਂ ਪਹਿਲੀ ਸਥਿਤੀ ਦੀ ਗੱਲ ਕਰਦੇ ਹਾਂ। ਹੁਣ ਪਹਿਲੀ ਸਥਿਤੀ ਦੇ ਵਿੱਚ ਅਸੀਂ ਕੋਣ ਬਣਾਉਣ ਵਾਲੀਆਂ ਦੋਨੇ ਜੀਵਾਵਾਂ ਵਿੱਚੋਂ ਇੱਕ ਜੀਵਾ ਵਿਆਸ ਲੈ ਲੈਂਦੇ ਹਾਂ। ਹੁਣ ਇੱਥੇ ਪਹਿਲਾਂ ਮੈਂ ਇਸ ਬਿੰਦੂ ਤੋਂ ਕੇਂਦਰ ਵਿੱਚੋਂ ਹੋ ਕੇ ਜਾਣ ਵਾਲੀ ਇੱਕ ਰੇਖਾਖੰਡ ਖਿੱਚ ਲੈਂਦਾ ਹਾਂ ਜੋ ਚੱਕਰ ਦਾ ਵਿਆਸ ਹੈ ਅਤੇ ਫਿਰ ਇੱਕ ਹੋਰ ਰੇਖਾਖੰਡ ਖਿੱਚਦਾ ਹਾਂ ਜੋ ਚੱਕਰ ਦੇ ਕਿਸੇ ਵੀ ਹਿੱਸੇ ਵਿੱਚ ਹੈ। ਇਸ ਤਰ੍ਹਾਂ ਚੱਕਰ ਦੀਆਂ ਦੋ ਜੀਵਾਵਾਂ ਦੁਆਰਾ ਚੱਕਰ ਦੇ ਘੇਰੇ ਤੇ ਇੱਕ ਕੋਣ ਬਣ ਗਿਆ ਹੈ। ਹੁਣ ਇਹ ਦੋਨੋਂ ਜੀਵਾਵਾਂ ਚੱਕਰ ਨੂੰ ਇਸ ਬਿੰਦੂ ਤੇ ਕੱਟਦੀਆਂ ਹਨ, ਇਸ ਲਈ ਇਸ ਨੂੰ ਮਿਲਾਉਣ ਵਾਲੀ ਮੈਂ ਚਾਪ ਨੂੰ ਹਾਈਲਾਈਟ ਕਰ ਦਿੰਦਾ ਹਾਂ। ਹੁਣ ਇਹ ਚਾਪ ਹੈ ਜੋ ਚੱਕਰ ਦੇ ਘੇਰੇ ਤੇ ਇੱਕ ਕੋਣ ਬਣਾ ਰਹੀ ਹੈ। ਹੁਣ ਅੱਗੇ ਅਸੀਂ ਇਸ ਚਾਪ ਦੇ ਦੋਨੇ ਸਿਰਿਆਂ ਨੂੰ ਚੱਕਰ ਦੇ ਕੇਂਦਰ ਬਿੰਦੂ ਨਾਲ ਮਿਲਾ ਦੇਵਾਂਗੇ। ਹੁਣ ਇੱਥੇ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਪਹਿਲਾਂ ਹੀ ਚੱਕਰ ਦਾ ਵਿਆਸ ਹੈ, ਇਹ ਪਹਿਲਾਂ ਹੀ ਕੇਂਦਰ ਨਾਲ ਮਿਲਿਆ ਹੋਇਆ ਹੈ ਅਤੇ ਇਸ ਦੂਜੇ ਸਿਰੇ ਨੂੰ ਅਸੀਂ ਇਸ ਤਰ੍ਹਾਂ ਕੇਂਦਰ ਨਾਲ ਮਿਲਾ ਦਿੰਦੇ ਹਾਂ। ਹੁਣ ਇਸ ਤਰ੍ਹਾਂ ਸਾਡੇ ਕੋਲ ਚੱਕਰ ਦੇ ਕੇਂਦਰ ਤੇ ਕੋਣ ਪ੍ਰਾਪਤ ਹੋ ਗਿਆ ਹੈ। ਮੈਂ ਮੰਨ ਲੈਂਦਾ ਹਾਂ ਕਿ ਚੱਕਰ ਦੇ ਕੇਂਦਰ ਤੇ ਕੋਣ ਦਾ ਮਾਪ 22 ਹੈ ਅਤੇ ਇसी ਚਾਪ ਦੁਆਰਾ ਘੇਰੇ ਤੇ ਬਣੇ ਕੋਣ ਦਾ ਮਾਪ x ਹੈ। ਹੁਣ ਅੱਗੇ ਅਸੀਂ ਦੇਖਦੇ ਹਾਂ ਕਿ ਇੱਥੇ ਚੱਕਰ ਦੇ ਤਿੰਨ ਅਰਧ ਵਿਆਸ ਦਿਖਾਈ ਦੇ ਰਹੇ ਹਨ। ਇਹ ਚੱਕਰ ਦਾ ਕੇਂਦਰ ਬਿੰਦੂ ਹੈ, ਇਹ ਵੀ ਚੱਕਰ ਦਾ ਅਰਧ ਵਿਆਸ ਹੈ, ਇੱਧਰ ਵੀ ਚੱਕਰ ਦਾ ਅਰਧ ਵਿਆਸ ਹੈ ਅਤੇ ਇਹ ਵੀ ਚੱਕਰ ਦਾ ਅਰਧ ਵਿਆਸ ਹੈ ਅਤੇ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਅਰਧ ਵਿਆਸ ਦੀ ਲੰਬਾਈ ਬਰਾਬਰ ਹੁੰਦੀ ਹੈ। ਹੁਣ ਇੱਥੇ ਜਦੋਂ ਅਸੀਂ ਇਸ ਤ੍ਰਿਭੁਜ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਸ ਦੀ ਇਹ ਭੁਜਾ, ਇਹ ਵਾਲੀ ਭੁਜਾ ਅਤੇ ਇਹ ਭੁਜਾ ਇਹ ਦੋਨੋਂ ਹੀ ਚੱਕਰ ਦੇ ਅਰਧ ਵਿਆਸ ਹਨ, ਇਸ ਲਈ ਇਹਨਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੈ। ਅਤੇ ਅੱਗੇ ਅਸੀਂ ਜਾਣਦੇ ਹਾਂ ਕਿ ਜਦੋਂ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਦੀ ਲੰਬਾਈ ਬਰਾਬਰ ਹੋਵੇ ਤਾਂ ਉਸ ਦੇ ਸਾਹਮਣੇ ਵਾਲੇ ਕੋਣਾਂ ਦਾ ਮਾਪ ਵੀ ਬਰਾਬਰ ਹੁੰਦਾ ਹੈ। ਹੁਣ ਇਸ ਨੂੰ ਮੈਂ ਦੁਬਾਰਾ ਇੱਥੇ ਬਣਾ ਕੇ ਦਿਖਾ ਦਿੰਦਾ ਹਾਂ। ਇੱਥੇ ਮੇਰੇ ਕੋਲ ਇੱਕ ਮੈਂ ਤ੍ਰਿਭੁਜ ਲੈ ਲੈਂਦਾ ਹਾਂ ਜੋ ਕਿ ਸਮਦੋਭੁਜੀ ਤ੍ਰਿਭੁਜ ਹੈ। ਹੁਣ ਇਹ ਸਮਦੋਭੁਜੀ ਤ੍ਰਿਭੁਜ ਹੈ ਜਿਸ ਦੀ ਇਹ ਭੁਜਾ ਅਤੇ ਇਹ ਭੁਜਾ ਦੀ ਲੰਬਾਈ ਆਪਸ ਵਿੱਚ ਬਰਾਬਰ ਹੈ। ਤਾਂ ਅਸੀਂ ਜਾਣਦੇ ਹਾਂ ਕਿ ਇਹਨਾਂ ਦੇ ਸਾਹਮਣੇ ਵਾਲੇ ਕੋਣਾਂ ਦਾ ਮਾਪ ਆਪਸ ਵਿੱਚ ਬਰਾਬਰ ਹੁੰਦਾ ਹੈ। ਤਾਂ ਹੁਣ ਇੱਥੇ ਇਸ ਕੋਣ ਦਾ ਮਾਪ ਅਤੇ ਇਸ ਕੋਣ ਦਾ ਮਾਪ ਇਹ ਦੋਨੋਂ ਹੀ ਆਪਸ ਦੇ ਵਿੱਚ ਬਰਾਬਰ ਹੋਣਗੇ। ਇਸ ਤਰ੍ਹਾਂ ਦੀ ਤ੍ਰਿਭੁਜ ਨੂੰ ਅਸੀਂ ਸਮਦੋਭੁਜੀ ਤ੍ਰਿਭੁਜ ਆਖਦੇ ਹਾਂ। ਹੁਣ ਇੱਥੇ ਵੀ ਇਹ ਸਮਦੋਭੁਜੀ ਤ੍ਰਿਭੁਜ ਬਣ ਰਹੀ ਹੈ, ਇਸ ਲਈ ਇਸ ਦੀ ਇਸ ਭੁਜਾ ਦੇ ਸਾਹਮਣੇ ਵਾਲੇ ਕੋਣ ਦਾ ਮਾਪ x ਹੈ ਤਾਂ ਇਸ ਦੇ ਬਰਾਬਰ ਵਾਲੀ ਦੂਜੀ ਭੁਜਾ ਜੋ ਇਹ ਭੁਜਾ ਹੈ ਇਸ ਦੇ ਸਾਹਮਣੇ ਵਾਲੇ ਕੋਣ ਦਾ ਮਾਪ ਵੀ
x ਹੋਵੇਗਾ। ਹੁਣ ਅੱਗੇ ਅਸੀਂ ਤ੍ਰਿਭੁਜ ਦੇ ਇੱਕ ਹੋਰ ਗੁਣ ਦੀ ਵਰਤੋਂ ਕਰਦੇ ਹਾਂ ਜੋ ਕਿ ਬਾਹਰੀ ਕੋਣ ਨਾਲ ਸੰਬੰਧਿਤ ਹੈ। ਹੁਣ ਜੇਕਰ ਅਸੀਂ ਇਸ ਤ੍ਰਿਭੁਜ ਦੀ ਇੱਕ ਭੁਜਾ ਨੂੰ ਅੱਗੇ ਵਧਾ ਦਈਏ ਤਾਂ ਜੋ ਇਹ ਕੋਣ ਬਣਦਾ ਹੈ ਇਸ ਨੂੰ ਅਸੀਂ ਬਾਹਰੀ ਕੋਣ ਆਖਦੇ ਹਾਂ ਅਤੇ ਇਹ ਕੋਣ ਇਸ ਦੇ ਲਾਗਵੇਂ ਕੋਣ ਦੇ ਸਨਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਹੁਣ ਇਸ ਸਥਿਤੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦੋਨੋਂ ਹੀ ਕੋਣ x ਹਨ। ਹੁਣ ਇਸ ਕੋਣ ਦਾ ਮਾਪ ਵੀ x ਹੈ ਅਤੇ ਇਸ ਕੋਣ ਦਾ ਮਾਪ ਵੀ x ਹੈ। ਤਾਂ ਇਸ ਗੁਣ ਦੇ ਅਨੁਸਾਰ ਤ੍ਰਿਭੁਜ ਦੇ ਬਾਹਰੀ ਕੋਣ ਦਾ ਮਾਪ ਉਸ ਦੇ ਲਾਗਵੇਂ ਕੋਣ ਦੇ ਸਾਹਮਣੇ ਵਾਲੇ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਇਸ ਕੋਣ ਦਾ ਮਾਪ ਹੋਇਆ x ਜੋ ਬਰਾਬਰ ਹੋ ਗਿਆ 2x ਦੇ। ਹੁਣ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਇਹ ਤ੍ਰਿਭੁਜ ਹੈ ਅਤੇ ਤ੍ਰਿਭੁਜ ਦੀ ਇਸ ਭੁਜਾ ਨੂੰ ਅੱਗੇ ਵਧਾਇਆ ਗਿਆ ਹੈ। ਹੁਣ ਜਦੋਂ ਇਸ ਤ੍ਰਿਭੁਜ ਦੀ ਇਸ ਭੁਜਾ ਨੂੰ ਅੱਗੇ ਵਧਾਇਆ ਤਾਂ ਇੱਥੇ ਜੋ ਕੋਣ ਬਣਿਆ ਉਹ ਬਾਹਰੀ ਕੋਣ ਹੈ। ਹੁਣ ਇੱਥੇ ਜੋ 22 ਹੈ ਉਹ ਇਸ ਤ੍ਰਿਭੁਜ ਦਾ ਬਾਹਰੀ ਕੋਣ ਹੈ ਅਤੇ ਇਹ ਬਰਾਬਰ ਹੈ ਇਸ ਤ੍ਰਿਭੁਜ ਦੇ ਲਾਗਵੇਂ ਕੋਣ ਦੇ ਸਾਹਮਣੇ ਵਾਲੇ ਕੋਣਾਂ ਦੇ ਜੋੜ ਦੇ ਬਰਾਬਰ। ਹੁਣ ਇੱਥੇ ਸਾਹਮਣੇ ਵਾਲੇ ਕੋਣ ਹਨ x, ਇਸ ਦੇ ਵਿੱਚ ਦੂਜਾ ਕੋਣ ਜੋੜਿਆ x ਇਹ ਬਰਾਬਰ ਹੋ ਗਿਆ ਇਸ ਦਾ ਬਾਹਰੀ ਕੋਣ 22 ਜੋ ਅੱਗੇ ਹੋ ਗਿਆ x 2x ਬਰਾਬਰ 22। ਹੁਣ ਅਸੀਂ ਦੋਨੇ ਪਾਸੇ 2 ਦੇ ਨਾਲ ਭਾਗ ਕਰ ਦਿੰਦੇ ਹਾਂ ਤਾਂ ਇੱਥੇ ਸਾਡੇ ਕੋਲ x ਰਹਿ ਜਾਂਦਾ ਹੈ ਅਤੇ ਇੱਥੇ ਸਾਡੇ ਕੋਲ ਹੋ ਜਾਏਗਾ 22/2 ਜਾਂ ਇਸ ਨੂੰ ਲਿਖ ਸਕਦੇ ਹਾਂ 1/2 22। ਤਾਂ ਇੱਥੇ ਜੋ x ਹੈ ਉਹ ਇसी ਚਾਪ ਦੁਆਰਾ ਚੱਕਰ ਦੇ ਘੇਰੇ ਤੇ ਬਣਿਆ ਕੋਣ ਹੈ ਅਤੇ ਜੋ 22 ਹੈ ਉਹ ਚੱਕਰ ਦੀ ਇਸੇ ਚਾਪ ਦੁਆਰਾ ਕੇਂਦਰ ਤੇ ਬਣਿਆ ਕੋਣ ਹੈ। ਇਸ ਤਰ੍ਹਾਂ ਅਸੀਂ ਸਿੱਧ ਕਰ ਦਿੱਤਾ ਕਿ ਚੱਕਰ ਦੀ ਚਾਪ ਦੁਆਰਾ ਘੇਰੇ ਤੇ ਬਣੇ ਕੋਣ ਦਾ ਮਾਪ ਉसी ਚਾਪ ਦੁਆਰਾ ਕੇਂਦਰ ਤੇ ਬਣੇ ਕੋਣ ਦੇ ਮਾਪ ਦਾ ਅੱਧਾ ਹੁੰਦਾ ਹੈ। ਹੁਣ ਆਓ ਇੱਕ ਹੋਰ ਸਥਿਤੀ ਤੇ ਚਰਚਾ ਕਰਦੇ ਹਾਂ। ਇੱਥੇ ਜੋ ਅਸੀਂ ਜੀਵਾ ਲਈ ਸੀ ਉਹ ਚੱਕਰ ਦਾ ਵਿਆਸ ਲਿਆ ਸੀ। ਹੁਣ ਅਗਲੀ ਸਥਿਤੀ ਦੇ ਵਿੱਚ ਅਸੀਂ ਦੋ ਜੀਵਾਵਾਂ ਲਵਾਂਗੇ ਜੋ ਚੱਕਰ ਦੇ ਕੇਂਦਰ ਤੋਂ ਇੱਕ ਪਾਸੇ ਹੋਏਗੀ ਅਤੇ ਦੂਜੀ ਦੂਜੇ ਪਾਸੇ ਹੋਏਗੀ। ਤਾਂ ਇਸ ਦੇ ਲਈ ਆਓ ਅਸੀਂ ਇੱਕ ਨਵੀਂ ਫਿਗਰ ਬਣਾ ਲੈਂਦੇ ਹਾਂ। ਹੁਣ ਇੱਥੇ ਮੈਂ ਦੋ ਜੀਵਾ ਲੈਂਦਾ ਹਾਂ। ਮੈਂ ਇਸ ਬਿੰਦੂ ਤੋਂ ਇੱਕ ਇੱਧਰਲੇ ਪਾਸੇ ਜੀਵਾ ਖਿੱਚ ਲਈ ਅਤੇ ਦੂਜੀ ਇੱਧਰਲੇ ਪਾਸੇ ਜੀਵਾ ਖਿੱਚ ਲਈ। ਇਸ ਤਰ੍ਹਾਂ ਦੋਨੋਂ ਹੀ ਜੀਵਾਵਾਂ ਚੱਕਰ ਦੇ ਕੇਂਦਰ ਬਿੰਦੂ ਤੋਂ ਇੱਕ ਦੂਜੇ ਪਾਸੇ ਹਨ ਅਤੇ ਇਹਨਾਂ ਜੀਵਾਵਾਂ ਦੇ ਚੱਕਰ ਦੇ ਕਾਟਵੇਂ ਬਿੰਦੂ ਨੂੰ ਇੱਥੋਂ ਤੋਂ ਲੈ ਕੇ ਇੱਥੇ ਕੱਟ ਰਹੀਆਂ ਹਨ ਅਤੇ ਇਹ ਚਾਪ ਹੈ ਜੋ ਚੱਕਰ ਦੇ ਘੇਰੇ ਤੇ ਕੋਣ ਬਣਾ ਰਹੀ ਹੈ। ਮੈਂ ਮੰਨ ਲੈਂਦਾ ਹਾਂ ਕਿ ਇਸ ਕੋਣ ਦਾ ਮਾਪ x ਹੈ। ਹੁਣ ਅੱਗੇ ਇसी ਚਾਪ ਦੇ ਦੋਨੇ ਸਿਰਿਆਂ ਨੂੰ ਮੈਂ ਕੇਂਦਰ ਨਾਲ ਮਿਲਾ ਦਿੰਦਾ ਹਾਂ। ਇਸ ਕੇਂਦਰ ਬਿੰਦੂ ਨਾਲ ਮਿਲਾ ਦਿੱਤਾ। ਇਸ ਤਰ੍ਹਾਂ ਇसी ਚਾਪ ਦੁਆਰਾ ਕੇਂਦਰ ਤੇ ਇੱਕ ਕੋਣ ਬਣ ਗਿਆ ਹੈ ਜਿਸ ਦਾ ਮਾਪ ਮੈਂ ਮੰਨ ਲੈਂਦਾ ਹਾਂ 22 ਹੈ। ਹੁਣ ਇਸ ਨੂੰ ਸਿੱਧ ਕਰਨ ਦੇ ਲਈ ਮੈਂ ਪਹਿਲਾਂ ਵਾਲੀ ਸਥਿਤੀ ਦੀ ਵਰਤੋਂ ਕਰਾਂਗਾ। ਉਸ ਦੇ ਲਈ ਮੈਂ ਇਸ ਬਿੰਦੂ ਤੋਂ ਕੇਂਦਰ ਵਿੱਚੋਂ ਹੋ ਕੇ ਜਾਣ ਵਾਲੀ ਇੱਕ ਰੇਖਾ ਖੰਡ ਖਿੱਚ ਲਵਾਂਗਾ ਜੋ ਕਿ ਚੱਕਰ ਦਾ ਵਿਆਸ ਹੈ। ਜਿਸ ਤਰ੍ਹਾਂ ਅਸੀਂ ਪਹਿਲੀ ਸਥਿਤੀ ਦੇ ਵਿੱਚ ਇੱਕ ਜੀਵਾ ਲਈ ਸੀ ਜੋ ਚੱਕਰ ਦਾ ਵਿਆਸ ਹੈ, ਇਸ ਤਰ੍ਹਾਂ ਮੈਂ ਪਹਿਲੀ ਸਥਿਤੀ ਦੀ ਇੱਥੇ ਵਰਤੋਂ ਕਰਾਂਗਾ। ਹੁਣ ਜਦੋਂ ਮੈਂ ਇਸ ਵਿਆਸ ਦੀ ਰਚਨਾ ਕੀਤੀ ਤਾਂ ਇਹ ਕੋਣ ਦੋ ਹਿੱਸਿਆਂ 'ਚ ਵੰਡ ਹੋ ਗਿਆ। ਹੁਣ ਇਸ ਦੇ ਇਸ ਭਾਗ ਦਾ ਨਾਂ ਰੱਖ ਲੈਂਦੇ ਹਾਂ x1 ਜੋ ਕਿ ਇਹ ਕੋਣ ਹੈ ਅਤੇ ਇਸ ਕੋਣ ਦਾ ਨਾਂ ਰੱਖ ਦਿੰਦੇ ਹਾਂ x2। ਇਸ ਤਰ੍ਹਾਂ ਜੋ ਕੇਂਦਰ ਤੇ ਕੋਣ ਬਣਿਆ ਹੈ ਇਹ ਵੀ ਦੋ ਭਾਗਾਂ 'ਚ ਵੰਡਿਆ ਗਿਆ। ਪਹਿਲੇ ਭਾਗ ਦਾ ਨਾਂ ਰੱਖ ਲੈਂਦੇ ਹਾਂ y1 ਅਤੇ ਦੂਜੇ ਭਾਗ ਦਾ ਨਾਂ ਰੱਖ ਦਿੰਦੇ ਹਾਂ y2। ਹੁਣ ਆਓ ਪਹਿਲੀ ਸਥਿਤੀ ਦੀ ਵਰਤੋਂ ਕਰਦੇ ਹਾਂ। ਇੱਥੇ ਪਹਿਲਾਂ ਅਸੀਂ ਇਸ ਚਾਪ ਨੂੰ ਲੈ ਲੈਂਦੇ ਹਾਂ। ਇਸ ਬਿੰਦੂ ਤੋਂ ਇਸ ਬਿੰਦੂ ਤੱਕ ਦੀ ਚਾਪ ਨੂੰ ਲੈ ਲੈਂਦੇ ਹਾਂ। ਇਹ ਚਾਪ ਚੱਕਰ ਦੇ ਘੇਰੇ ਤੇ ਕੋਣ ਬਣਾ ਰਹੀ ਹੈ x1 ਅਤੇ ਇਹੀ ਚਾਪ ਚੱਕਰ ਦੇ ਕੇਂਦਰ ਤੇ ਕੋਣ ਬਣਾ ਰਹੀ ਹੈ y1। ਤਾਂ ਇਸ ਤੋਂ ਭਾਵ ਇਹ ਹੋਇਆ ਕਿ x1 ਦਾ ਮਾਪ ਬਰਾਬਰ ਹੈ 1/2 y1। ਇਸੇ ਤਰ੍ਹਾਂ ਜੋ ਬਾਕੀ ਚਾਪ ਬਚੀ ਹੈ ਇੱਥੇ ਤੋਂ ਲੈ ਕੇ ਇੱਥੇ ਤੱਕ ਇਹ ਚੱਕਰ ਦੇ ਘੇਰੇ ਤੇ ਕੋਣ ਬਣਾ ਰਹੀ ਹੈ x2 ਅਤੇ ਇਹੀ ਚਾਪ ਚੱਕਰ ਦੇ ਕੇਂਦਰ ਤੇ ਬਣਾ ਰਹੀ ਹੈ y2। ਇਸ ਲਈ ਇੱਥੇ ਅਸੀਂ ਲਿਖਦੇ ਹਾਂ ਕਿ x2 ਬਰਾਬਰ ਹੈ 1/2 y2। ਹੁਣ ਅੱਗੇ ਅਸੀਂ ਇਹਨਾਂ ਦੋਨਾਂ ਨੂੰ ਜੋੜ ਦਿੰਦੇ ਹਾਂ। ਖੱਬੇ ਪਾਸੇ ਦੇ ਵਿੱਚ ਖੱਬਾ ਪਾਸਾ ਜੋੜ ਦਿੰਦੇ ਹਾਂ ਅਤੇ ਸੱਜੇ ਪਾਸੇ ਵਿੱਚ ਸੱਜਾ ਪਾਸਾ ਜੋੜ ਦਿੰਦੇ ਹਾਂ। ਹੁਣ ਖੱਬਾ ਪਾਸਾ ਜੋੜ ਕੇ ਬਣ ਗਿਆ x1 ਜਮਾ x2 ਬਰਾਬਰ ਸੱਜਾ ਪਾਸਾ ਹੋ ਗਿਆ 1/2 y1 ਜਮਾ 1/2 y2। ਹੁਣ ਇੱਥੇ x1 ਜਮਾ x2 ਇਹ ਕੋਣ ਦੇਖੋ x1 ਜਮਾ x2 ਇਹ ਦੋਨੋਂ ਹੀ ਜੁੜ ਕੇ ਪੂਰਾ ਕੋਣ ਬਣ ਗਿਆ x ਬਰਾਬਰ ਇੱਥੇ ਅੱਗੇ ਅਸੀਂ 1/2 ਸਾਂਝਾ ਕੱਢ ਲੈਂਦੇ ਹਾਂ ਤਾਂ ਪਿੱਛੇ ਬਚ ਗਿਆ y1 ਜਮਾ y2।
ਹੁਣ y1 ਜਮਾ y2, y1 ਜਮਾ y2 ਇਹਨਾਂ ਦੋਨਾਂ ਨੂੰ ਜੋੜ ਕਰਕੇ ਪੂਰਾ ਕੋਣ ਬਣ ਗਿਆ 22। ਤਾਂ ਇੱਥੇ ਸਾਡੇ ਕੋਲ ਆ ਗਿਆ ਆਨਸਰ x ਬਰਾਬਰ 1/2 y1 ਜਮਾ y2 ਹੋ ਗਿਆ 22। ਹੁਣ ਇੱਥੇ ਅਸੀਂ ਇੱਕ ਦੂਜੀ ਸਥਿਤੀ ਲਈ ਸੀ ਜਿਸ ਵਿੱਚ ਦੋਨੋਂ ਜੀਵਾਵਾਂ ਚੱਕਰ ਦੇ ਕੇਂਦਰ ਤੇ ਇੱਕ ਇੱਧਰਲੇ ਪਾਸੇ ਸੀ, ਦੂਜੀ ਦੂਜੇ ਪਾਸੇ ਸੀ, ਅਤੇ ਇੱਥੇ ਵੀ ਅਸੀਂ ਸਿੱਧ ਕਰ ਦਿੱਤਾ ਕਿ ਕਿਸੇ ਚਾਪ ਦੁਆਰਾ ਚੱਕਰ ਦੇ ਘੇਰੇ ਤੇ ਬਣੇ ਕੋਣ ਦਾ ਮਾਪ ਉਸੇ ਚਾਪ ਦੁਆਰਾ ਚੱਕਰ ਦੇ ਕੇਂਦਰ ਤੇ ਬਣੇ ਕੋਣ ਦਾ ਅੱਧਾ ਹੁੰਦਾ ਹੈ। ਆਓ ਹੁਣ ਇੱਕ ਤੀਸਰੀ ਸਥਿਤੀ ਦੇਖਦੇ ਹਾਂ ਜਿਸ ਦੇ ਵਿੱਚ ਕੋਣ ਬਣਾਉਣ ਵਾਲੀਆਂ ਦੋਨੋਂ ਜੀਵਾਵਾਂ ਕੇਂਦਰ ਦੇ ਇੱਕ ਹੀ ਪਾਸੇ ਹਨ। ਉਸ ਦੇ ਲਈ ਮੈਂ ਦੋ ਜੀਵਾਵਾਂ ਖਿੱਚ ਲੈਂਦਾ ਹਾਂ ਜੋ ਚੱਕਰ ਦੇ ਕੇਂਦਰ ਦੇ ਇੱਕ ਹੀ ਪਾਸੇ ਹਨ। ਇੱਕ ਮੈਂ ਜੀਵਾ ਲੈ ਲੈਂਦਾ ਹਾਂ ਇਸ ਬਿੰਦੂ ਤੋਂ ਇੱਥੇ ਤੱਕ ਲੈ ਲੈਂਦਾ ਹਾਂ, ਅਤੇ ਦੂਜੀ ਜੀਵਾ ਚੱਕਰ ਦੇ ਕੇਂਦਰ ਤੋਂ ਇਸੇ ਪਾਸੇ ਇਹ ਲੈ ਲੈਂਦਾ ਹਾਂ। ਹੁਣ ਇਸ ਤਰ੍ਹਾਂ ਦੋ ਜੀਵਾਵਾਂ ਹਨ ਜੋ ਚੱਕਰ ਦੇ ਘੇਰੇ ਤੇ ਇੱਥੇ ਕੋਣ ਬਣਾ ਰਹੀਆਂ ਹਨ, ਅਤੇ ਇਸ ਕੋਣ ਨੂੰ ਬਣਾਉਣ ਵਾਲੀ ਚਾਪ ਇਹ ਹੈ, ਇਸ ਬਿੰਦੂ ਤੋਂ ਲੈ ਕੇ ਇਸ ਬਿੰਦੂ ਤੱਕ ਦੀ ਚਾਪ ਹੈ ਜੋ ਇਹ ਕੋਣ ਬਣਾ ਰਹੀ ਹੈ। ਹੁਣ ਮੈਂ ਇੱਥੇ ਮੰਨ ਲੈਂਦਾ ਹਾਂ ਕਿ ਇਸ ਕੋਣ ਦਾ ਮਾਪ x1 ਹੈ। ਹੁਣ ਅੱਗੇ ਇਸੇ ਚਾਪ ਦੁਆਰਾ ਅਸੀਂ ਕੇਂਦਰ ਦੇ ਕੋਣ ਬਣਾਉਂਦੇ ਹਾਂ। ਇਸ ਸਿਰੇ ਨੂੰ ਕੇਂਦਰ ਨਾਲ ਮਿਲਾ ਦਿੰਦੇ ਹਾਂ ਅਤੇ ਇਸ ਦੂਜੇ ਸਿਰੇ ਨੂੰ ਕੇਂਦਰ ਨਾਲ ਮਿਲਾ ਦਿੰਦੇ ਹਾਂ। ਇਸ ਤਰ੍ਹਾਂ ਜੋ ਕੋਣ ਬਣਦਾ ਹੈ ਇਸ ਦੇ ਮਾਪ ਨੂੰ ਮੈਂ ਮੰਨ ਲੈਂਦਾ ਹਾਂ ਕਿ ਇਹ ਕੋਣ y1 ਹੈ। ਹੁਣ ਇੱਥੇ ਅਸੀਂ ਸਿੱਧ ਕਰਨਾ ਕਿ ਇਸ ਚਾਪ ਦੁਆਰਾ ਘੇਰੇ ਤੇ ਬਣਿਆ ਕੋਣ ਭਾਵ x1 ਦਾ ਮਾਪ ਇसी ਚਾਪ ਦੁਆਰਾ ਕੇਂਦਰ ਤੇ ਬਣੇ ਕੋਣ y1 ਦਾ ਅੱਧਾ ਹੈ। ਹੁਣ ਇਸ ਦੇ ਲਈ ਅਸੀਂ ਪਹਿਲੀ ਸਥਿਤੀ ਦੀ ਵਰਤੋਂ ਕਰਾਂਗੇ। ਉਸ ਦੇ ਲਈ ਅਸੀਂ ਇਸ ਬਿੰਦੂ ਤੋਂ ਕੇਂਦਰ ਵਿੱਚੋਂ ਹੋ ਕੇ ਜਾਣ ਵਾਲਾ ਇੱਕ ਵਿਆਸ ਖਿੱਚ ਲੈਂਦੇ ਹਾਂ ਜੋ ਕਿ ਅਸੀਂ ਪਹਿਲੀ ਸਥਿਤੀ ਦੇ ਵਿੱਚ ਖਿੱਚਿਆ ਸੀ। ਹੁਣ ਇੱਥੇ ਚੱਕਰ ਦੇ ਘੇਰੇ ਤੇ ਕੋਣ ਬਣ ਰਿਹਾ ਹੈ। ਇਸ ਕੋਣ ਦਾ ਮਾਪ ਅਸੀਂ ਮੰਨ ਲੈਂਦੇ ਹਾਂ ਕਿ ਇਹ x2 ਹੈ, ਅਤੇ ਕੇਂਦਰ ਤੇ ਬਣੇ ਕੋਣ ਦੇ ਮਾਪ ਨੂੰ ਮੰਨ ਲੈਂਦੇ ਹਾਂ y2 ਹੈ। ਹੁਣ ਅੱਗੇ ਅਸੀਂ ਪਹਿਲਾਂ ਇਸ ਚਾਪ ਦੁਆਰਾ ਬਣਾਏ ਕੋਣਾਂ ਦਾ ਸੰਬੰਧ ਦੇਖਦੇ ਹਾਂ। ਹੁਣ ਇਹ ਚਾਪ ਹੈ ਜਿਸ ਦੁਆਰਾ ਚੱਕਰ ਦੇ ਘੇਰੇ ਤੇ ਬਣੇ ਕੋਣ ਦਾ ਮਾਪ x2 ਹੈ, ਅਤੇ ਇसी ਚਾਪ ਦੁਆਰਾ ਚੱਕਰ ਦੇ ਕੇਂਦਰ ਤੇ ਬਣੇ ਕੋਣ ਦਾ ਮਾਪ y2 ਹੈ। ਹੁਣ ਇੱਥੇ ਜੋ ਅਸੀਂ ਪਹਿਲਾਂ ਸਥਿਤੀ ਦੇ ਵਿੱਚ ਸਿੱਧ ਕੀਤਾ ਸੀ ਉਸ ਦੀ ਵਰਤੋਂ ਕਰਾਂਗੇ। ਉਸ ਅਨੁਸਾਰ x2 ਦਾ ਮਾਪ ਬਰਾਬਰ ਹੋਏਗਾ 1/2 ਕੇਂਦਰ ਤੇ ਬਣੇ ਕੋਣ ਦਾ ਮਾਪ y2 ਦੇ ਬਰਾਬਰ। ਹੁਣ ਅੱਗੇ ਅਸੀਂ ਇਸ ਪੂਰੀ ਚਾਪ ਨੂੰ ਦੇਖਦੇ ਹਾਂ, ਇਸ ਬਿੰਦੂ ਤੋਂ ਲੈ ਕੇ ਇਸ ਬਿੰਦੂ ਤੱਕ ਦੀ ਇਸ ਪੂਰੀ ਚਾਪ ਨੂੰ ਦੇਖਦੇ ਹਾਂ। ਤਾਂ ਇਸ ਚਾਪ ਦੁਆਰਾ ਘੇਰੇ ਤੇ ਬਣੇ ਕੋਣ ਦਾ ਮਾਪ ਇਹਨਾਂ ਦੋਨਾਂ ਕੋਣਾਂ ਦਾ ਜੋੜ ਹੈ x1 ਜਮਾ x2, ਅਤੇ ਇसी ਚਾਪ ਦੁਆਰਾ ਜੋ ਕੇਂਦਰ ਤੇ ਬਣਿਆ ਕੋਣ ਹੈ ਉਸ ਦਾ ਮਾਪ ਹੈ ਇਹਨਾਂ ਦੋਨਾਂ ਕੋਣਾਂ ਦਾ ਜੋੜ y1 ਜਮਾ y2। ਤਾਂ ਪਹਿਲੇ ਵਾਲੀ ਸਥਿਤੀ ਦੇ ਅਨੁਸਾਰ ਘੇਰੇ ਤੇ ਬਣੇ ਕੋਣ ਦਾ ਮਾਪ ਜੋ ਕਿ ਹੈ x1 ਜਮਾ x2 ਇਹ ਬਰਾਬਰ ਹੋਏਗਾ ਉसी ਚਾਪ ਦੁਆਰਾ ਕੇਂਦਰ ਤੇ ਬਣੇ ਕੋਣ ਦਾ ਮਾਪ ਜੋ ਹੈ y1 ਜਮਾ y2। ਤਾਂ ਇਹ ਹੋ ਜਾਏਗਾ 1/2 y1 ਜਮਾ y2। ਹੁਣ ਅੱਗੇ ਅਸੀਂ ਇੱਥੇ x2 ਦੀ ਥਾਂ ਤੇ ਇਸ ਦਾ ਮੁੱਲ ਭਰ ਲਵਾਂਗੇ। ਤਾਂ ਇਹ ਅੱਗੇ ਬਣ ਜਾਏਗਾ x1 ਜਮਾ, ਹੁਣ x2 ਦੀ ਥਾਂ ਤੇ ਅਸੀਂ ਲਿਖਾਂਗੇ 1/2 y2 ਬਰਾਬਰ, ਇੱਥੇ 1/2 ਨੂੰ ਇਹਨਾਂ ਦੋਨਾਂ ਨਾਲ ਗੁਣਾ ਕਰ ਲਵਾਂਗੇ। ਪਹਿਲਾਂ y1 ਦੇ ਨਾਲ ਗੁਣਾ ਹੋਇਆ, ਇਹ ਹੋ ਗਿਆ 1/2 y1 ਜਮਾ, ਫਿਰ 1/2 ਨੂੰ y2 ਨਾਲ ਗੁਣਾ ਕੀਤਾ 1/2 y2। ਹੁਣ ਇੱਥੇ ਦੋਨੋਂ ਪਾਸੇ 1/2 y2 ਘਟਾ ਲਵਾਂਗੇ ਤਾਂ ਇੱਥੋਂ ਵੀ ਇਹ ਕੱਟ ਜਾਏਗਾ ਤੇ ਇੱਥੋਂ ਵੀ ਕੱਟ ਜਾਏਗਾ। ਤਾਂ ਸਾਡੇ ਕੋਲ ਇੱਥੇ ਰਹਿ ਜਾਏਗਾ x1 ਬਰਾਬਰ 1/2 y1 ਜੋ ਅਸੀਂ ਸਿੱਧ ਕਰਨਾ ਸੀ। ਇਸ ਤਰ੍ਹਾਂ ਅਸੀਂ ਇਸ ਸਥਿਤੀ ਦੇ ਵਿੱਚ ਵੀ ਦੇਖਿਆ ਕਿ ਜੇਕਰ ਕੋਣ ਬਣਾਉਣ ਵਾਲੀਆਂ ਦੋਨੋਂ ਜੀਵਾਵਾਂ ਕੇਂਦਰ ਦੇ ਇੱਕ ਪਾਸੇ ਹੋਣ ਤਾਂ ਵੀ ਉਸ ਚਾਪ ਦੁਆਰਾ ਘੇਰੇ ਤੇ ਬਣੇ ਕੋਣ ਦਾ ਮਾਪ ਉसी ਚਾਪ ਦੁਆਰਾ ਕੇਂਦਰ ਤੇ ਬਣੇ ਕੋਣ ਦਾ ਅੱਧਾ ਹੁੰਦਾ ਹੈ।